dear students of 10th class. Today I am going to solve the daily dose regarding modals. Modals verb are auxiliary verbs, also called helping verbs like can, will, could, shall, must, would, might, and should. After a modal verb, the root form of verb is generally used. The word to should not appear after a modal verb. An exception is the phrase ought to, which is considered a modal verb. ਸੋ ਬੱਚਿਓ ਅੱਜ ਦੀ ਡੇਲੀ ਡੋਜ਼ ਦੇ ਵਿੱਚ ਆਪਾਂ ਮੋਡਲਸ ਦੇ ਬਾਰੇ ਪੜ੍ਹਨਾ ਆ। ਸਮਟਾਈਮ ਆਪਾਂ ਨੂੰ ਮੋਡਾਲਸ ਵੀ ਕਹਿ ਦਿੰਦੇ ਆ, ਮੋਡਲਸ ਵੀ ਕਹਿ ਦਿੰਦੇ ਆ। ਇਹ ਐਗਜ਼ਲਰੀ ਵਰਬਸ ਨੇ, ਇਹਨਾਂ ਨੂੰ ਅਸੀਂ ਹੈਲਪਿੰਗ ਵਰਬ ਵੀ ਕਹਿੰਦੇ ਆ। ਜਿਵੇਂ ਆਪਾਂ ਹੈਲਪਿੰਗ ਵਰਬ ਕਰਦੇ ਹਾਂ ਇਜ਼, ਐਮ, ਆਰ, ਵਾਜ਼, ਵਰ, ਹੈਜ਼, ਹੈਵ, ਹੈਡ, ਵਿਲ, ਸ਼ੈਲ, ਉਹ ਵੀ ਹੈਲਪਿੰਗ ਵਰਬ ਆ। ਯਾਨੀ ਸਹਾਇਕ ਕਿਰਿਆ ਆ, ਇਹ ਵੀ ਹੈਲਪਿੰਗ ਵਰਬ ਆ। ਪਰ ਇਹਨਾਂ ਦੇ ਵਿੱਚ ਜਿਹੜੇ ਹੈਲਪਿੰਗ ਵਰਬ ਯੂਜ਼ ਹੁੰਦੇ ਆ ਉਹ ਕੈਨ, ਵਿਲ, ਕੁਡ, ਸ਼ੈਲ, ਮਸਟ, ਵੁੱਡ, ਮਾਈਟ, ਸ਼ੁੱਡ ਇੱਦਾਂ ਦੇ ਯੂਜ਼ ਹੁੰਦੇ ਆ ਨਾ। ਔਰ ਇਹ ਜਿੰਨੇ ਵੀ ਤੁਹਾਨੂੰ ਉੱਪਰ ਦੱਸੇ ਆ ਇਹਨਾਂ ਸਾਰਿਆਂ ਦਾ ਮਤਲਬ ਜੇ ਆਪਾਂ ਮੀਨਿੰਗ ਕੱਢਦੇ ਨਾ ਇਹਦਾ ਮਤਲਬ ਨਿਕਲਦਾ ਆ ਹੋ ਸਕਦਾ ਆ, ਕਰ ਸਕਦਾ ਆ, ਇੱਦਾਂ ਦਾ ਮੀਨਿੰਗ ਨਿਕਲਦਾ ਜਾਂ ਹੋਵੇਗਾ, ਇਹ ਚੀਜ਼ਾਂ ਨਿਕਲਦੀਆਂ। ਹੁਣ ਅੱਗੇ ਇੱਕ ਹੋਰ ਗੱਲ ਦੱਸੀ ਉਹਨੇ, ਆਫਟਰ ਏ ਮੋਡਲ ਵਰਬ ਦਾ ਰੂਟ ਫਾਰਮ ਆਫ ਵਰਬ ਇਜ਼ ਜਨਰਲੀ ਯੂਜ਼ਡ। ਇਸ ਤੋਂ ਬਾਅਦ ਵਿੱਚ ਜਦੋਂ ਵੀ ਮਾਡਲ ਲੱਗੇਗਾ ਉਸ ਤੋਂ ਬਾਅਦ ਵਿੱਚ ਮੇਨ ਵਰਬ ਜਿਹਨੂੰ ਆਪਾਂ ਕਹਿੰਦੇ, ਜਿਵੇਂ ਆਪਾਂ ਗੋ, ਵੈਂਟ, ਗੋਨ, ਜਿਹੜੀ ਗੋ ਮੇਨ ਵਰਬ ਆ। ਇੱਦਾਂ ਹੀ ਸਿਟ, ਸਿਟ, ਸੈਟ, ਸੈਟ, ਸਿਟ ਜਿਹੜੀ ਇਹ ਮੇਨ ਵਰਬ ਆ ਨਾ, ਸਿਟ, ਸੈਟ, ਸੈਟ, ਤਿੰਨੇ ਮੇਨ ਵਰਬ ਹੈਗੀਆਂ। ਯਾਨੀ ਮੁੱਖ ਕਿਰਿਆ ਵੀ ਨਾਲ ਲੱਗੇਗੀ ਮਾਡਲ ਤੋਂ ਬਾਅਦ ਵਿੱਚ, ਇਹ ਰੂਟ ਫਾਰਮ ਤੋਂ ਅਗਲੇ ਪਾਸੇ ਲੱਗੇਗਾ। ਦਾ ਵਰਡ ਟੂ ਸ਼ੁੱਡ ਨਾਟ ਅਪੀਅਰ ਆਫਟਰ ਏ ਮਾਡਲ ਵਰਬ, ਅਤੇ ਟੂ ਇਸ ਤੋਂ ਬਾਅਦ ਨਹੀਂ ਆਏਗਾ। ਇਸ ਤੋਂ ਬਾਅਦ ਮਾਡਲ ਤੋਂ ਬਾਅਦ ਟੂ ਨਹੀਂ ਆਏਗਾ, ਠੀਕ ਹੈ। ਇੱਕ ਐਕਸੈਪਸ਼ਨ ਹੈਗੀ ਆ, ਆਊਟ ਟੂ ਜਿਹੜਾ ਆ ਉਹ ਫਰੇਜ਼ ਹੀ ਇੱਦਾਂ ਦੀ, ਉਹਦੇ ਨਾਲ ਆਊਟ ਦੇ ਨਾਲ ਹਮੇਸ਼ਾ ਟੂ ਲੱਗਦਾ, ਉਹ ਵੀ ਮਾਡਲ ਹੈਗਾ, ਇਸ ਕਰਕੇ ਉਹਦੇ ਨਾਲ ਟੂ ਆਏਗਾ। ਉਸ ਤੋਂ ਇਲਾਵਾ ਜਿਹੜਾ ਆ ਕਿਸੇ ਵੀ ਮਾਡਲ ਜਿਵੇਂ ਵਿਲ ਆ, ਕੈਨ ਆ, ਇਹਦੇ ਨਾਲ ਟੂ ਨਹੀਂ ਲੱਗੇਗਾ, ਠੀਕ ਹੈ ਨਾ। ਸ਼ੈਲ ਟੂ, ਮਸਟ ਟੂ, ਇੱਦਾਂ ਜਿਹੜਾ ਇਹ ਚੀਜ਼ਾਂ ਜਿਹੜੀਆਂ ਨਹੀਂ ਲੱਗਣਗੀਆਂ। ਜੇ ਅਸੀਂ ਉਹਨੂੰ ਐਜ਼ ਏ ਮਾਡਲ ਯੂਜ਼ ਕਰ ਰਹੇ ਹਾਂ ਫਿਰ ਉਹ ਨਹੀਂ ਲੱਗੇਗੀ, ਇਹ ਯਾਦ ਰੱਖਿਓ ਤੁਸੀਂ। ਤਾਂ ਮਾਡਲ ਕੀ ਆ, ਜਦੋਂ ਆਪਾਂ ਉਹਨੂੰ ਡਿਫਾਈਨ ਕਰਨਾ ਆ ਤਾਂ ਉਹ ਆਕਜ਼ਿਲਰੀ ਵਰਬ ਆ, ਜਾਂ ਆਪਾਂ ਕਹਿ ਸਕਦੇ ਹੈਲਪਿੰਗ ਵਰਬ ਆ ਕਿਸਮ ਦਾ। ਹੈਲਪਿੰਗ ਵਰਬ ਕਿਉਂ ਕਹਿੰਦੇ ਆ? ਹੈਲਪ ਦਾ ਮਤਲਬ ਹੁੰਦਾ ਮਦਦ ਕਰਨੀ। ਕਿਹਦੀ ਮਦਦ ਕਰਨੀ ਹੈ? ਮੁੱਖ ਕਿਰਿਆ ਦੀ, ਮੇਨ ਵਰਬ ਦੀ, ਠੀਕ ਹੈ। ਮੇਨ ਵਰਬ ਨੂੰ ਪੂਰਾ ਕਰਨ ਦੇ ਵਿੱਚ ਇਹਨਾਂ ਦੀ ਹੈਲਪ ਦੀ ਲੋੜ ਪੈਂਦੀ, ਇਸ ਕਰਕੇ ਇਹਨਾਂ ਨੂੰ ਅਸੀਂ ਹੈਲਪਿੰਗ ਵਰਬ ਕਹਿੰਦੇ ਹਾਂ। ਸੋ ਇਹ ਹੈ ਮਾਡਲ ਦੀ ਡੈਫੀਨੇਸ਼ਨ। Modal verb add meaning to the main verb in a sentence by expressing possibility, ability, permission or obligation. Possibility, ability, permission or obligation, ਇਹ ਚਾਰ ਚੀਜ਼ਾਂ ਆ। ਇਹ ਜਿੰਨੇ ਵੀ ਮੋਡਲਸ ਹੈਗੇ ਮੋਸਟਲੀ ਇਹਨਾਂ ਚਾਰਾਂ ਚੀਜ਼ਾਂ ਨੂੰ ਸ਼ੋ ਕਰਦੇ ਆ, ਠੀਕ ਹੈ। ਤਾਂ ਮੋਡਲ ਵਰਬ ਜਿਹੜਾ ਹੈਗਾ ਉਹ ਮੇਨ ਵਰਬ ਦੇ ਨਾਲ ਕੁਛ ਐਡ ਕਰਦਾ ਆ, ਐਕਸਟਰਾ ਇਨਫੋਰਮੇਸ਼ਨ ਐਡ ਕਰਦਾ ਸੈਂਟੈਂਸ ਦੇ ਵਿੱਚ। ਉਹ ਇਨਫੋਰਮੇਸ਼ਨ ਜਿਹੜੀ ਆ ਪੋਸੀਬਿਲਿਟੀ, ਐਬਿਲਿਟੀ, ਪਰਮਿਸ਼ਨ ਅਤੇ ਓਬਲੀਗੇਸ਼ਨ ਨੂੰ ਸ਼ੋ ਕਰਦੀ ਆ। ਦੇਖੋ ਅੱਗੇ ਟਰਾਂਸਲੇਟ ਵੀ ਕੀਤਾ। ਪੋਸੀਬਿਲਿਟੀ ਕਹਿੰਦੇ ਸੰਭਾਵਨਾ ਨੂੰ, ਐਬਿਲਿਟੀ ਕਹਿੰਦੇ ਯੋਗਤਾ ਨੂੰ, ਪਰਮਿਸ਼ਨ ਕਹਿੰਦੇ ਆਗਿਆ ਨੂੰ, ਅਤੇ ਓਬਲੀਗੇਸ਼ਨ ਕਹਿੰਦੇ ਜ਼ਿੰਮੇਵਾਰੀ ਨੂੰ। ਇਹ ਚਾਰ ਚੀਜ਼ਾਂ ਤੁਹਾਡੇ ਦਿਮਾਗ 'ਚ ਜਦੋਂ ਬੈਠ ਗਈਆਂ, ਕੋਈ ਸ਼ਬਦ ਜੇ ਇਹ ਕੁਛ ਸ਼ੋ ਕਰ ਰਿਹਾ ਨਾ, ਇਟ ਮੀਨਸ ਦੈਟ ਵਰਡ ਇਜ਼ ਏ ਮਾਡਲ, ਠੀਕ ਹੈ। ਹੁਣ ਤੁਹਾਨੂੰ ਉਮੀਦ ਹੈ ਕਿ ਮਾਡਲ ਦੀ ਡੈਫੀਨੇਸ਼ਨ ਕਲੀਅਰ ਹੋ ਗਈ ਹੋਊਗੀ, ਕੁਛ ਪਤਾ ਲੱਗ ਗਿਆ ਹੋਊਗਾ, ਠੀਕ ਹੈ ਜੀ। ਹੁਣ ਅੱਗੇ ਆਪਾਂ ਦੇਖਦੇ ਹਾਂ, ਅੱਜ ਦੀ ਸਾਡੀ ਡੇਲੀ ਡੋਜ਼ ਆਈ ਹੈ, ਲਰਨਿੰਗ ਆਊਟਕਮਸ ਦੇ ਵਿੱਚੋਂ ਆਈ ਹੈ। ਪਹਿਲਾ ਸੈਂਟੈਂਸ ਹੈਗਾ, ਤੁਹਾਡੇ ਲਈ ਆਨਸਰ ਪਹਿਲਾਂ ਮਾਰਕ ਕੀਤੇ ਹੋਏ, ਪਰ ਆਪਾਂ ਦੇਖਾਂਗੇ ਵੀ ਇਹ ਕਿਉਂ ਆਏ ਆ। ਫਿਲਿੰਗ ਦ ਬਲੈਂਕਸ ਵਿਦ ਸੁਟੇਬਲ ਮੋਡਲਸ। ਫਸਟ, ਯੂ ਡੈਸ਼ ਕੰਪਲੀਟ ਯੂਰ ਹੋਮਵਰਕ ਨਾਓ। ਥੱਲੇ ਦੇਖੋ ਰੈੱਡ 'ਚ ਲਿਖਿਆ ਕੰਪਲਸ਼ਨ। ਕੰਪਲਸ਼ਨ ਹੁੰਦਾ ਜ਼ਰੂਰੀ, ਵੀ ਕਰਨਾ ਹੀ ਕਰਨਾ ਹੈ। ਹੁਣ ਸ਼ੁੱਡ ਮੋਸਟਲੀ ਬੱਚੇ ਉੱਥੇ ਯੂਜ਼ ਹੁੰਦਾ ਜਿੱਥੇ ਆਪਾਂ ਕਿਸੇ ਨੂੰ ਕੋਈ ਐਡਵਾਈਸ ਦਿੰਦੇ ਹਾਂ ਨਾ, ਕੋਈ ਸਲਾਹ ਦਿੰਦੇ ਹਾਂ ਵੀ ਤੈਨੂੰ ਇੱਦਾਂ ਕਰਨਾ ਚਾਹੀਦਾ ਹੈ, ਉਹ ਸਲਾਹ ਹੁੰਦੀ ਨਹੀਂ, ਤੂੰ ਇੱਦਾਂ ਹੀ ਕਰਨਾ ਹੈ, ਉਹ ਮਸਟ ਆ। ਹੁਣ ਇੱਥੇ ਕੰਪਲਸ਼ਨ ਇਸ ਕਰਕੇ ਇੱਥੇ ਮਸਟ ਆਏਗਾ।
ਸੈਕਿੰਡ, ਯੂ ਡੈਸ਼ ਬੀ ਇਨ ਦਾ ਸਕੂਲ ਬਾਈ 11 o'clock, ਸ਼ੁੱਡ ਅਤੇ ਮਸਟ। ਇੱਥੇ ਵੀ ਆਰਡਰ ਆ। ਆਰਡਰ ਦਾ ਮਤਲਬ ਹੁੰਦਾ ਵੀ ਹਾਂ ਵੀ ਆਰਡਰ ਹੁਕਮ ਦਿੱਤਾ ਹੈ ਭਾਈ ਤੂੰ ਕਰਨਾ ਹੀ ਕਰਨਾ ਹੈ। ਠੀਕ ਹੈ। ਐਡਵਾਈਸ, ਜੇ ਐਡਵਾਈਸ ਲਿਖਿਆ ਹੁੰਦਾ ਫਿਰ ਆਪਾਂ ਇੱਥੇ ਸ਼ੁੱਡ ਲਾ ਦੇਣਾ ਸੀ। ਸੋ ਇੱਥੇ ਮਸਟ ਆਏਗਾ। ਰੀਟਾ ਡੈਸ਼ ਸਪੀਕ ਇੰਗਲਿਸ਼ ਫਲੂਐਂਟਲੀ, ਕੈਨ ਅਤੇ ਵੁੱਡ, ਇਹਨਾਂ ਦੋਵਾਂ 'ਚ ਸ਼ੋਇੰਗ ਐਬਿਲਿਟੀ। ਹੁਣ ਐਬਿਲਿਟੀ ਕੀ ਹੁੰਦਾ? ਸਮਰੱਥਾ। ਸਮਰੱਥਾ ਕਿਹਦੀ? ਕੰਮ ਕਰਨ ਵਾਲੀ ਦੀ। ਕੰਮ ਕੌਣ ਕਰ ਰਿਹਾ? ਰੀਟਾ। ਰੀਟਾ 'ਚ ਕੀ ਸਮਰੱਥਾ ਹੈਗੀ ਉਹਦੇ ਬਾਰੇ ਦੱਸ ਰਿਹਾ, ਉਹਦੀ ਆਪਣੀ ਸਮਰੱਥਾ ਦੱਸ ਰਿਹਾ। ਜਦੋਂ ਅਸੀਂ ਆਪਣੀ ਸਮਰੱਥਾ ਦੀ ਗੱਲ ਕਰਨੀ ਆ ਉੱਥੇ ਅਸੀਂ ਹਮੇਸ਼ਾ ਕੈਨ ਲਾਉਣਾ, ਨਾ ਮੇ ਲੱਗਣਾ, ਨਾ ਵਿਲ ਲੱਗਣਾ, ਨਾ ਵੁੱਡ ਲੱਗਣਾ, ਸ਼ੁੱਡ ਲੱਗਣਾ। ਠੀਕ ਹੈ। ਹੁਣ ਰੀਟਾ ਦੀ ਸਮਰੱਥਾ ਦੀ ਗੱਲ ਕਰ ਰਹੇ ਹਾਂ ਵੀ ਉਹ ਇੰਗਲਿਸ਼ ਵਧੀਆ ਬੋਲ ਸਕਦੀ ਆ, ਇਹਦੇ 'ਚ ਉਹ ਐਬਿਲਿਟੀ ਹੈਗੀ ਆ, ਤਾਂ ਇਹ ਕੈਨ ਲੱਗੇਗਾ। ਐਬਿਲਿਟੀ ਵਾਲਾ ਕੋਈ ਵੀ ਵਰਡ ਆਏ, ਕੋਈ ਵੀ ਸੈਂਟੈਂਸ ਆਏਗਾ ਉੱਥੇ ਕੈਨ ਹੀ ਲੱਗਣਾ ਆ। ਹੀ ਟੋਲਡ ਮੀ ਦੈਟ ਹੀ ਡੈਸ਼ ਰਿਟਰਨ ਟੂ ਹਿਸ ਨੇਟਿਵ ਲੈਂਡ ਸੂਨ। ਹੀ ਟੋਲਡ ਮੀ ਦੈਟ, ਉਹਨੇ ਮੈਨੂੰ ਦੱਸਿਆ ਕਿ ਉਹ ਆਪਣੇ ਨੇਟਿਵ ਲੈਂਡ, ਆਪਣੇ ਜਿੱਥੋਂ ਆਇਆ ਆ ਪੁਰਾਣੇ ਪਿੰਡ ਤੋਂ ਜਾਂ ਕਿਸੇ ਜਗ੍ਹਾ ਤੋਂ, ਉੱਥੇ ਛੇਤੀ ਵਾਪਸ ਚਲਾ ਜਾਏਗਾ। ਉਹਨੇ ਮੈਨੂੰ ਦੱਸਿਆ ਸੀ। ਹੀ ਟੋਲਡ ਮੀ, ਟੈਲ ਫਸਟ ਫਾਰਮ ਹੈ, ਟੋਲਡ ਸੈਕਿੰਡ ਫਾਰਮ ਹੈ, ਪਾਸਟ ਟੈਂਸ ਹੈਗਾ ਆ। ਠੀਕ ਹੈ ਨਾ। ਪਾਸਟ ਟੈਂਸ ਹੋਣ ਕਰਕੇ ਇੱਥੇ ਅਸੀਂ ਵੁੱਡ ਲਾਇਆ। ਸੈਂਟੈਂਸ ਪਾਸਟ ਟੈਂਸ ਨੂੰ, ਵਿਲ ਜਿਹੜਾ ਪ੍ਰੈਜ਼ੈਂਟ ਟੈਂਸ ਆ, ਵੁੱਡ ਪਾਸਟ ਟੈਂਸ ਹੈ। ਫਿਫਥ ਸੈਂਟੈਂਸ, ਇਟ ਡੈਸ਼ ਰੇਨ ਟੂਡੇ, ਗ੍ਰੇਟਰ ਪੋਸੀਬਿਲਿਟੀ ਹੈ, ਜ਼ਿਆਦਾ ਸੰਭਾਵਨਾ ਆ ਵੀ ਅੱਜ ਮੀਂਹ ਪੈਣਾ ਹੀ ਪੈਣਾ ਆ, ਇਹ ਗੱਲ ਆ, ਤਾਂ ਕਰਕੇ ਇੱਥੇ ਕੈਨ ਲੱਗੇਗਾ। ਹੁਣ ਨੈਕਸਟ ਸੈਂਟੈਂਸ ਦੇਖਦੇ ਹਾਂ। ਇਟ ਡੈਸ਼ ਰੇਨ ਟੂਡੇ, ਇੱਥੇ ਪੋਸੀਬਿਲਿਟੀ ਲਿਖਿਆ, ਜਾਂ ਲੈਸ ਪੋਸੀਬਿਲਿਟੀ ਲਿਖਿਆ ਹੋਊ, ਜਾਂ ਇਕੱਲੀ ਪੋਸੀਬਿਲਿਟੀ, ਮਤਲਬ ਮੀਂਹ ਪੈ ਵੀ ਸਕਦਾ ਅਤੇ ਨਹੀਂ ਵੀ ਪੈ ਸਕਦਾ, ਸੰਭਾਵਨਾ ਹੈਗੀ ਵੀ ਆ ਅਤੇ ਨਹੀਂ ਵੀ ਹੈਗੀ। ਜਦੋਂ ਸੰਭਾਵਨਾ ਜ਼ਿਆਦਾ ਹੋਵੇ ਉੱਥੇ ਕੈਨ ਲੱਗਣਾ, ਜਿੱਥੇ ਸੰਭਾਵਨਾ ਘੱਟ ਹੋਵੇ ਜਾਂ ਹੋ ਸਕਦਾ ਹੋਵੇ ਜਾਂ ਨਹੀਂ ਵੀ ਹੋ ਸਕਦਾ ਹੋਵੇ ਉੱਥੇ ਜਿਹੜਾ ਮੀ ਲੱਗੂਗਾ। ਸੈਵਨਥ ਸੈਂਟੈਂਸ, ਆਈ ਡੈਸ਼ ਸਮੈਲ ਏ ਫਾਇਰ ਬਰਨਿੰਗ, ਮਤਲਬ ਅੱਗ ਨਾਲ ਸੜਨ ਦੀ ਮੈਨੂੰ ਸਮੈਲ ਜਿਹੜੀ ਆ ਆਉਂਦੀ ਹੈ। ਸ਼ੋਇੰਗ ਐਬਿਲਿਟੀ, ਐਬਿਲਿਟੀ ਸ਼ੋਅ ਕਰੇ। ਐਬਿਲਿਟੀ ਦੀ ਗੱਲ ਫਿਰ ਆ ਗਈ। ਐਬਿਲਿਟੀ 'ਚ ਤੁਹਾਨੂੰ ਪਹਿਲਾਂ ਦੱਸਿਆ ਸੀ ਕੈਨ ਲੱਗਣਾ। ਐਬਿਲਿਟੀ ਮੀਨਸ ਸਮਰੱਥਾ, ਤੁਹਾਡੀ ਕਪੈਸਿਟੀ ਹੈ। ਏਟਥ ਸੈਂਟੈਂਸ ਹੈ, ਡੀਆਨਾ ਡੈਸ਼ ਹੈਵ ਸਫਰਡ ਬੈਡਲੀ ਆਫਟਰ ਦਾ ਕਾਰ ਕਰੈਸ਼, ਯਾਨੀ ਕਾਰ ਐਕਸੀਡੈਂਟ ਤੋਂ ਬਾਅਦ ਉਹਨੇ ਕਾਫੀ ਸਫਰ ਕੀਤਾ ਹੋਊਗਾ। ਸਫਰ ਦਾ ਮੀਨਸ ਹੁੰਦਾ ਵੀ ਜਿਵੇਂ ਕਹਿ ਸਕਦੇ ਹਾਂ ਵੀ ਉਹਨੂੰ ਮਹਿਸੂਸ ਹੋਇਆ ਹੋਊਗਾ, ਉਹਨੂੰ ਕਈ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ। ਠੀਕ ਹੈ। ਹੁਣ ਮਸਟ ਨਹੀਂ, ਦੇਖੋ ਸਪੋਜੀਸ਼ਨ ਲਿਖਿਆ ਹੋਇਆ। ਸਪੋਜ਼ ਦਾ ਮਤਲਬ ਹੁੰਦਾ ਵੀ ਮੰਨ ਲਓ, ਜਿਵੇਂ ਆਪਾਂ ਕਹਿੰਦੇ ਮੈਥ ਦੇ ਵਿੱਚ ਨਾ, ਮੰਨ ਲਓ ਐਕਸ ਦੀ ਵੈਲਿਊ 10 ਹੈ, ਉਹ ਸਪੋਜ਼ ਆ। ਹੁਣ ਅਸੀਂ ਸੋਚ ਰਹੇ ਹਾਂ, ਇੱਥੇ ਕੋਈ ਮਤਲਬ ਕਿ ਅਸੀਂ ਕੰਪਲਸ਼ਨ ਨਹੀਂ ਲਿਖੀ। ਜੇ ਕੰਪਲਸ਼ਨ ਲਿਖੀ ਹੁੰਦੀ ਤਾਂ ਮਸਟ ਹੋ ਜਾਣੀ ਵੀ ਹਾਂ ਵੀ ਹੋਈ, ਉਹਨੂੰ ਲੱਗੀਆਂ। ਹੁਣ ਸਪੋਜ਼ ਕਰ ਰਹੇ ਹਾਂ ਤਾਂ ਸ਼ੈਲ ਲੱਗੂਗਾ ਇੱਥੇ। ਨਾਈਨਥ ਸੈਂਟੈਂਸ, ਆਈ ਡੈਸ਼ ਲਾਈਕ ਟੂ ਹੈਵ ਏ ਕੱਪ ਆਫ ਕਾਫੀ। ਜਦੋਂ ਵੀ ਆਪਾਂ ਕਿਸੇ ਨੂੰ ਕਾਫੀ ਲਈ ਪੁੱਛਦੇ ਹਾਂ ਜਾਂ ਕਿਸੇ ਤੋਂ ਕਾਫੀ ਲਈ ਜਵਾਬ ਲੈਂਦੇ ਹਾਂ ਤਾਂ ਉੱਥੇ ਵੁੱਡ ਯੂਜ਼ ਹੁੰਦਾ। ਕਾਫੀ ਕੀ, ਕੋਈ ਵੀ ਚੀਜ਼ ਲੈਣ ਦੇਣ ਦੀ ਜਾਂ ਖਾਣ ਪੀਣ ਦੀ ਵਰਤਦੇ ਹਾਂ। ਵੁੱਡ ਯੂ ਲਾਈਕ ਟੂ ਹੈਵ ਕਾਫੀ, ਵੁੱਡ ਯੂ ਲਾਈਕ ਟੂ ਹੈਵ ਟੀ, ਉੱਥੇ ਵੁੱਡ ਹੀ ਲੱਗਦਾ। ਵਿਲ ਆਪਾਂ ਨਹੀਂ ਯੂਜ਼ ਕਰਦੇ। ਵਿਸ਼ ਦਾ ਮਤਲਬ ਹੁੰਦਾ ਵੀ ਮੈਨੂੰ ਚਾਹੀਦੀ ਹੈ, ਯਾਨੀ ਮੈਨੂੰ ਮੇਰੀ ਇੱਛਾ ਹੈਗੀ ਇਸ ਚੀਜ਼ ਦੇ ਬਾਰੇ, ਤਾਂ ਵੁੱਡ ਲੱਗੇਗਾ। ਡੈਸ਼ ਦੈਟ ਆਈ ਵਰ ਰਿਚ, ਇੱਥੇ ਵੀ ਵੁੱਡ ਲੱਗੇਗਾ। ਜਦੋਂ ਸਾਨੂੰ ਇਹ 'ਚ ਵਿਸ਼ ਦੀ ਗੱਲ ਕੀਤੀ ਹੈ, ਜਦੋਂ ਸਾਨੂੰ ਹੁੰਦਾ ਵੀ ਹਾਂ ਵੀ ਮੈਨੂੰ ਐ ਵੀ ਮੈਂ ਆਉਣ ਵਾਲੇ ਸਮੇਂ 'ਚ ਜਿਹੜਾ ਆ ਵੀ ਮੈਂ ਆਹ ਕੁਛ ਬਣਨਾ ਚਾਹੁੰਦਾ ਹਾਂ ਜਾਂ ਕੁਛ ਮੈਂ ਇੱਦਾਂ ਦਾ ਹੋਣਾ ਚਾਹੁੰਦਾ, ਉੱਥੇ ਵੁੱਡ ਲੱਗੇਗਾ। ਠੀਕ ਹੈ। ਵੈਸੇ ਵੀ ਵਰ ਲੱਗਾ ਹੋਇਆ ਵਿੱਚ, ਪਾਸਟ ਟੈਂਸ ਹੈਗਾ। ਇਹ ਚੀਜ਼ਾਂ ਵੀ ਯਾਦ ਰੱਖਣੀਆਂ। ਜਦੋਂ ਵਿਲ ਵੁੱਡ ਦੀ ਗੱਲ ਹੋਊਗੀ ਤਾਂ ਥੋੜ੍ਹਾ ਵੀ ਦਿਮਾਗ 'ਚ ਰੱਖਣਾ ਵੀ ਜੇ ਸੈਂਟੈਂਸ ਪਾਸਟ ਟੈਂਸ ਵਿੱਚ ਆ ਤਾਂ ਵੁੱਡ ਲੱਗੇਗਾ। ਵੈਸੇ ਇੱਥੇ ਵੁੱਡ ਹੀ ਲੱਗੇਗਾ। ਜਦੋਂ ਆਪਾਂ ਕਈ ਵਾਰ ਕੋਈ ਕਹਿੰਦਾ ਵੀ ਕਾਸ਼ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਵੁੱਡ ਦੈਟ ਆਈ ਵਰ ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹ ਇੱਦਾਂ ਦਾ ਸੈਂਟੈਂਸ ਹੁੰਦਾ। ਠੀਕ ਹੈ। ਸੋ ਇਹ ਚੀਜ਼ਾਂ ਨੂੰ ਖਿਆਲ 'ਚ ਰੱਖ ਕੇ ਅਸੀਂ ਜਿਹੜੇ ਮੋਡਲਸ ਨੂੰ ਯੂਜ਼ ਕਰਨਾ ਹੈ। ਔਰ ਮੋਡਲਸ ਦਾ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਮੋਡਲ ਜਿਹੜੇ ਵੀ ਇਹਨਾਂ ਦਾ ਮੀਨਿੰਗ ਇਹ ਨਿਕਲਦਾ ਵੀ ਕਰ ਸਕਦਾ ਹੈ ਜਾਂ ਹੋ ਸਕਦਾ ਹੈ ਜਾਂ ਹੋਵੇਗਾ। ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਇਹਦਾ ਮੀਨਿੰਗ ਨਿਕਲਦਾ ਆ। ਸੰਭਾਵਨਾ ਦੀ ਗੱਲ ਕੀਤੀ ਹੈ ਨਾ, ਜ਼ਿੰਮੇਵਾਰੀ ਦੀ ਗੱਲ ਕੀਤੀ, ਯੋਗਤਾ ਦੀ ਗੱਲ ਕੀਤੀ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਦੋਂ ਕਿਸੇ ਵਰਡ ਦੇ ਵਿੱਚੋਂ ਨਿਕਲਣਗੀਆਂ ਉਹ ਮੋਡਲਸ